परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਰ ਦੇ ਦੁਆਰਾ ਹੋਈ ਚੰਗਿਆਈ ਦੀ ਗਵਾਹੀ ਨੂੰ ਸੁਣਾਂਗੇ। ਸਭ ਤੋਂ ਪਹਿਲੀ ਗਵਾਹੀ ਸਿਸਟਰ ਕਿਰਨਜੀਤ ਕੌਰ ਦੀ ਆ, ਜੋ ਦੱਸਦੇ ਨੇ ਕਿ ਉਹਨਾਂ ਦੇ ਪਤੀ ਕਾਫੀ ਲੰਬੇ ਸਮੇਂ ਤੋਂ ਕੰਮ 'ਤੇ ਨਹੀਂ ਜਾ ਰਹੇ ਸਨ ਅਤੇ ਔਰ ਉਹਨਾਂ ਉੱਪਰ ਕਾਫੀ ਕਰਜ਼ਾ ਸੀ ਔਰ ਉਹਨਾਂ ਦੀ ਗੱਲ ਵੀ ਨਹੀਂ ਮੰਨਦੇ ਸਨ। ਹੁਣ ਉਹ ਸਿਸਟਰ ਜੀ ਨੇ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ ਤਾਂ ਉਸ ਦਿਨ ਤੋਂ ਬਾਅਦ ਉਹਨਾਂ ਦੇ ਹਸਬੈਂਡ ਕੰਮ 'ਤੇ ਜਾ ਰਹੇ ਹਨ ਅਤੇ ਉਹਨਾਂ ਦੇ ਕਰਜ਼ੇ ਦੀ ਵੀ ਕਿਸ਼ਤ ਕਾਫੀ ਸਹੀ ਸਮੇਂ 'ਤੇ ਜਾ ਰਹੀ ਹੈ। ਇਸ ਵੱਡੀ ਚੰਗਿਆਈ ਲਈ ਸਿਸਟਰ ਜੀ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਦੂਸਰੀ ਗਵਾਹੀ ਸਿਸਟਰ ਕੁਲਜਿੰਦਰ ਕੌਰ ਦੀ ਆ। ਉਹਨਾਂ ਨੇ ਆਪਣੀ ਜਠਾਣੀ ਲਈ ਪ੍ਰੇਅਰ ਰਿਕੁਐਸਟ ਲਿਖਵਾਈ ਸੀ। ਉਹਨਾਂ ਦੇ ਪੈਰ ਬਹੁਤ ਜ਼ਿਆਦਾ ਸੁੱਜੇ ਹੋਏ ਸਨ ਅਤੇ ਕਾਫੀ ਲੰਬੇ ਸਮੇਂ ਤੋਂ ਪੈਰਾਂ ਨੂੰ ਸੂਜਨ ਸੀ ਅਤੇ ਉਹ ਕਾਫੀ ਜਗ੍ਹਾਵਾਂ 'ਤੇ ਜਾ ਕੇ ਦਵਾਈ ਲੈ ਕੇ ਥੱਕ ਚੁੱਕੇ ਸਨ, ਪਰ ਕੋਈ ਫਰਕ ਨਹੀਂ ਸੀ ਪੈ ਰਿਹਾ। ਜਦੋਂ ਸਿਸਟਰ ਜੀ ਨੇ ਪ੍ਰੇਅਰ ਰਿਕੁਐਸਟ ਪਾਈ ਔਰ ਉਹਨਾਂ ਦੀ ਜਠਾਣੀ ਲਈ ਪ੍ਰੇਅਰ ਕੀਤੀ ਗਈ ਤਾਂ ਸਿਸਟਰ ਜੀ ਦੱਸਦੇ ਨੇ ਕਿ ਉਹਨਾਂ ਨੂੰ ਅਗਲੇ ਦਿਨ ਤੋਂ ਹੀ ਬਾਅਦ ਉਹਨਾਂ ਦੇ ਪੈਰਾਂ ਦੀ ਸੂਜਨ ਲੈ ਗਈ। ਉਸ ਤੋਂ ਬਾਅਦ ਉਹਨਾਂ ਦੇ ਪੈਰ ਬਿਲਕੁਲ ਠੀਕ ਨੇ। ਉਹ ਸਾਰੀ ਮਹਿਮਾ ਪਰਮੇਸ਼ਵਰ ਨੂੰ ਦਿੰਦੇ ਨੇ। ਅਗਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਚੰਗਿਆਈ ਦੀ ਕੋਈ ਗਵਾਹੀ ਹੈ ਤਾਂ ਤੁਸੀਂ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਆਪਣੀ ਗਵਾਹੀ ਲਿਖਾ ਸਕਦੇ ਹੋ। ਅੱਜ ਆਪਾਂ ਵਚਨ ਦੇ ਵਿੱਚੋਂ ਜਾਣਾਂਗੇ ਅਧਰੰਗੀਆਂ ਦੇ ਬਾਰੇ। ਜਿੱਦਾਂ ਅਸੀਂ ਪ੍ਰਾਰਥਨਾ ਅਧਰੰਗੀਆਂ ਦੇ ਲਈ ਆ, ਤਾਂ ਅੱਜ ਆਪਾਂ ਅਧਰੰਗ ਦੇ ਲਈ ਕੁਝ ਵਚਨਾਂ ਨੂੰ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜ੍ਹਾਂਗੇ ਲੂਕਾ 5 ਦੀ 18 ਔਰ 19 ਨੰਬਰ ਆਇਤ ਨੂੰ। ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੀ ਉੱਤੇ ਲਿਆਇਆ ਅਤੇ ਚਾਹਿਆ ਜੋ ਉਸ ਨੂੰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ, ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਈਲਾਂ ਦੇ ਵਿੱਚੋਂ ਦੀ ਉਸ ਦੀ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ। ਹਾਲੇਲੂਇਆ। ਵਚਨ ਸਾਨੂੰ ਕੀ ਦੱਸਦਾ ਕਿ ਜਦੋਂ ਯਿਸੂ ਜਾਂਦੇ ਸੀ ਲੋਕਾਂ ਨੂੰ ਠੀਕ ਕਰਨ ਦੇ ਲਈ ਜਾਂ ਫਿਰ ਪ੍ਰਚਾਰ ਕਰਨ ਦੇ ਲਈ, ਤਾਂ ਲੋਕ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਅਸੀਂ ਉਹਨਾਂ ਨੂੰ ਮਿਲ ਸਕੀਏ, ਅਸੀਂ ਆਪਣੇ ਪੇਸ਼ੈਂਟ ਨੂੰ ਦਿਖਾ ਦਈਏ ਉਹ ਛੂਹੇ ਅਤੇ ਚੰਗਾ ਹੋ ਜਾਵੇ। ਇੱਕ ਅਧਰੰਗੀ ਸੀ ਜਿਹਨੂੰ ਉਹ ਉਠਾ ਕੇ ਲਿਜਾਣਾ ਪੈਣਾ ਸੀਗਾ ਔਰ ਉਹ ਚੱਲ ਨਹੀਂ ਸੀ ਸਕਦੇ। ਤਾਂ ਉਹਨਾਂ ਦੇ ਲੋਕਾਂ ਨੇ ਕੀ ਕੀਤਾ, ਯਿਸੂ ਦੇ ਕੋਲ ਲੈ ਕੇ ਜਾਣ ਦੇ ਲਈ ਛੱਤ ਦੇ ਉੱਪਰ ਦੀ ਉਹਨਾਂ ਨੇ ਟਾਈਲਾਂ ਹਟਾ ਦਿੱਤੀਆਂ ਔਰ ਛੱਤ ਦੇ ਉੱਪਰ ਦੀ ਉਸ ਅਧਰੰਗੀ ਦਾ ਮੰਜਾ ਯਿਸੂ ਮਸੀਹ ਦੇ ਸਾਹਮਣੇ ਉਤਾਰ ਦਿੱਤਾ। ਅਜਿਹਾ ਉਹਨਾਂ ਨੇ ਕਿਉਂ ਕੀਤਾ ਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਜੋ ਇੱਕ ਵਾਰੀ ਇਹਨੂੰ ਛੂਹੇਗਾ ਤਾਂ ਉਹ ਠੀਕ ਹੋ ਜਾਵੇਗਾ, ਉਹ ਚੰਗਾ ਹੋ ਜਾਵੇਗਾ। ਉਹਨਾਂ ਦੇ ਅੰਦਰ ਦਾ ਅਜਿਹਾ ਵਿਸ਼ਵਾਸ ਸੀ। ਤਾਂ ਜਾਣਾਂਗੇ ਕਿ ਅਗਰ ਉਹਨਾਂ ਦਾ ਵਿਸ਼ਵਾਸ ਸੀ ਤਾਂ ਉਹਨਾਂ ਨੂੰ ਉਸ ਵਿਸ਼ਵਾਸ ਦਾ ਕੀ ਪ੍ਰਤੀਫਲ ਮਿਲਿਆ। ਵਚਨ 'ਚੋਂ ਪੜ੍ਹਾਂਗੇ ਲੂਕਾ 5 ਦੀ 20 ਨੰਬਰ ਆਇਤ ਨੂੰ। ਅਤੇ ਉਸ ਨੇ ਉਹਨਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ ਹੋਏ ਹਨ। ਹਾਲੇਲੂਇਆ। ਪ੍ਰਭੂ ਨੇ ਕੀ ਕਿਹਾ ਕਿ ਵਿਸ਼ਵਾਸ ਇੰਨਾ ਵਧੀਆ ਸੀ, ਇੰਨਾ ਵੱਡਾ ਸੀ, ਇੰਨਾ ਅਨੋਖਾ ਵਿਸ਼ਵਾਸ ਸੀ ਔਰ ਇਸ ਤਰੀਕੇ ਨਾਲ ਉਹਨਾਂ ਨੇ ਐਫਰਟ ਕੀਤੇ ਕਿ ਪ੍ਰਭੂ ਨੂੰ ਖੁਦ ਹੈਰਾਨੀ ਹੋਈ। ਉਹਨਾਂ ਦਾ ਵਿਸ਼ਵਾਸ ਵੇਖ ਕੇ ਉਹ ਹੈਰਾਨ ਹੋ ਗਏ। ਅਗਰ ਅਸੀਂ ਉਹਨਾਂ ਦੀ ਜਗ੍ਹਾ 'ਤੇ ਹੁੰਦੇ, ਅਸੀਂ ਸਿਰਫ ਇਹ ਸੋਚਦੇ ਕਿ ਅਸੀਂ ਉਹਨਾਂ ਨੂੰ ਆਪਣੇ ਘਰ ਲੈ ਜਾਈਏ, ਨਾ ਮੰਨਦੇ ਤਾਂ ਅਸੀਂ ਕਦੇ ਇਹ ਨਹੀਂ ਸੀ ਸੋਚਣਾ ਕਿ ਅਸੀਂ ਛੱਤ ਦੇ ਉੱਪਰ ਦੀ ਲਟਕਾਈ। ਅਸੀਂ ਇਹ ਕਹਿੰਦੇ ਕਿ ਤੇਰੀ ਕਿਸਮਤ ਆ, ਜੇ ਨਹੀਂ ਮਿਲ ਸਕਿਆ ਅਸੀਂ ਉਹਨੂੰ ਵਾਪਸ ਲੈ ਜਾਂਦੇ। ਪਰ ਵਿਸ਼ਵਾਸ ਦੀ ਐਗਜ਼ਾਮਪਲ ਦੇਖੋ ਕਿ ਛੱਤ ਪਾੜ ਕੇ ਉਹਨਾਂ ਨੇ ਉਹ ਪਰਮੇਸ਼ਰ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਇਹ ਵਿਸ਼ਵਾਸ ਦੀ ਗੱਲ ਹੈ। ਪਰ ਪ੍ਰਭੂ ਨੇ ਉਹਨੂੰ ਕੀ ਕਿਹਾ ਕਿ ਮਨੁੱਖਾ ਤੇਰੇ ਪਾਪ ਮਾਫ ਹੋ ਗਏ ਹਨ। ਤਾਂ ਅਧਰੰਗ ਦੀ ਜ਼ਿੰਦਗੀ 'ਚ ਕਿਉਂ ਆਇਆ ਸੀ? ਕਿਉਂਕਿ ਉਹਨੇ ਪਾਪ ਕੀਤੇ ਸੀ।
ਅਸੀਂ ਪਹਿਲਾਂ ਵੀ ਵਚਨ 'ਚੋਂ ਇੱਕ ਦਿਨ ਜਾਣਿਆ ਸੀ ਕਿ ਬਿਮਾਰੀਆਂ ਦੇ ਕੀ ਕਾਰਨ ਹੁੰਦੇ, ਜਿਨ੍ਹਾਂ ਵਿੱਚੋਂ ਕਾਫੀ ਸਾਰੇ ਕਾਰਨ ਸੀ। ਉਹਨਾਂ ਵਿੱਚੋਂ ਇੱਕ ਕਾਰਨ ਪਾਪ ਵੀ ਸੀ ਕਿ ਅਸੀਂ ਪਾਪ ਕਰਦੇ ਹਾਂ, ਜਿਹਦੇ ਕਰਕੇ ਸਾਡੀ ਜ਼ਿੰਦਗੀ 'ਚ ਬਿਮਾਰੀਆਂ ਆਉਂਦੀਆਂ ਅਤੇ ਅਸੀਂ ਆਪਣੇ ਸਰੀਰ ਨੂੰ ਉਸ ਬਿਮਾਰੀ ਦੀ ਗੁਲਾਮੀ ਦੇ ਵਿੱਚ ਪਾ ਦਿੰਦੇ ਹਾਂ। ਔਰ ਉਸ ਗੁਲਾਮੀ ਤੋਂ ਆਜ਼ਾਦ ਕਰਨ ਦੇ ਲਈ ਸਾਡੇ ਪਾਪ ਮਾਫ ਹੋਣੇ ਜ਼ਰੂਰੀ ਨੇ। ਯਿਸੂ ਮਸੀਹ ਆਏ ਸੀ ਸਾਡੇ ਪਾਪ ਮਾਫ ਕਰਨ ਦੇ ਲਈ, ਆਪਣਾ ਲਹੂ ਵਹਾਉਣ ਦੇ ਲਈ, ਪਰ ਉਸ ਤੋਂ ਬਾਅਦ ਵੀ ਅਸੀਂ ਪਾਪ ਕਰਨੋਂ ਨਹੀਂ ਹਟੇ, ਜਿਹਦੇ ਕਰਕੇ ਇਹ ਅਧਰੰਗ ਜਾਂ ਫਿਰ ਕੋਈ ਵੀ ਬਿਮਾਰੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਹੈ। ਪਰ ਪਰਮੇਸ਼ਰ ਦੇ ਪੁੱਤਰ ਨੂੰ ਪਾਪ ਮਾਫ ਕਰਨ ਦਾ ਇਖਤਿਆਰ ਹੈ। ਅੱਜ ਹੀ ਤੌਬਾ ਕਰੋ, ਸੱਚੇ ਮਨ ਨਾਲ ਬੈਠੋ, ਪ੍ਰਾਰਥਨਾ ਕਰੋ, ਦੁਆਵਾਂ ਕਰੋ, ਵਰਤ ਰੱਖ ਕੇ ਦੁਆ ਕਰੋ, ਤੁਹਾਡੇ ਪਾਪ ਮਾਫ ਕੀਤੇ ਜਾਣਗੇ ਔਰ ਤੁਸੀਂ ਇਸ ਅਧਰੰਗ ਤੋਂ ਸ਼ੁੱਧ ਕੀਤੇ ਜਾਓਗੇ। ਇੱਕ ਹੋਰ ਅਧਰੰਗ ਦੇ ਨਾਲ ਵਚਨ ਪੜਾਂਗੇ, ਮਤੀ 8:5 ਤੋਂ ਲੈ ਕੇ 7 ਨੰਬਰ ਆਇਤ ਤੱਕ। ਜਦੋਂ ਕੁਫਰਨਹੂਮ ਵਿੱਚ ਗਿਆ, ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਅੱਗੇ ਬੇਨਤੀ ਕੀਤੀ ਕਿ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਦਰਦ ਨਾਲ ਤੜਫ ਰਿਹਾ ਹੈ। ਪ੍ਰਭੂ ਨੇ ਉਸ ਨੂੰ ਆਖਿਆ, ਮੈਂ ਆ ਕੇ ਉਹਨੂੰ ਚੰਗਾ ਕਰ ਦਿਆਂਗਾ। ਹਾਲੇਲੂਇਆ। ਵਚਨ ਸਾਨੂੰ ਕੀ ਦੱਸਦਾ, ਇੱਕ ਸੂਬੇਦਾਰ ਇੱਕ ਜਗ੍ਹਾ ਦਾ ਹਾਕਮ ਸੀ ਜੋ ਆਇਆ ਔਰ ਉਹਨੇ ਬੇਨਤੀ ਕੀਤੀ ਕਿ ਮੇਰਾ ਇੱਕ ਨੌਕਰ ਆ ਜਿਹਨੂੰ ਅਧਰੰਗ ਹੋਇਆ ਔਰ ਉਹ ਘਰ ਦੇ ਵਿੱਚ ਦਰਦ ਦੇ ਨਾਲ ਤੜਫ ਰਿਹਾ ਆ। ਪ੍ਰਭੂ ਦੇ ਕੋਲ ਉਹਨੇ ਬੇਨਤੀ ਕੀਤੀ। ਸਭ ਤੋਂ ਪਹਿਲਾਂ ਵਚਨ 'ਚ ਅਸੀਂ ਇਸ ਗਹਿਰਾਈ ਨੂੰ ਜਾਣਾਂਗੇ, ਕੌਣ ਆਇਆ ਸੀ? ਸੂਬੇਦਾਰ ਜਿਹਦੇ ਨੌਕਰ ਨੂੰ ਪ੍ਰੋਬਲਮ ਸੀ। ਸਾਡੇ ਘਰਾਂ ਦੇ ਵਿੱਚ ਕੀ ਚੱਲ ਰਿਹਾ, ਸਾਡੇ ਕੋਈ ਆਂਢੀ ਗੁਆਂਢੀ ਵੀ ਹੈ, ਅਸੀਂ ਉਹਦੀ ਮਦਦ ਕਰਨ ਦੇ ਲਈ ਘੱਟ ਖੜੇ ਹੋ ਰਹੇ ਆ। ਸਾਨੂੰ ਇਹ ਲੱਗਦਾ ਕਿ ਉਹਦੀ ਪ੍ਰੋਬਲਮ ਹੈ, ਸਾਡੀ ਨਹੀਂ। ਅਗਰ ਸਾਡੇ ਘਰ ਦਾ ਨੌਕਰ ਹੈ ਫਿਰ ਤਾਂ ਬਿਲਕੁਲ ਵੀ ਨਹੀਂ, ਸਾਨੂੰ ਇਹ ਲੱਗਦਾ ਕਿ ਉਹ ਨੌਕਰ ਆ। ਪਰ ਇੱਕ ਹਾਕਮ, ਇੱਕ ਸੂਬੇਦਾਰ ਜਿਹਦਾ ਨੌਕਰ ਬਿਮਾਰ ਸੀ ਔਰ ਉਹਦੇ ਲਈ ਉਹ ਦੂਰ ਦੇਸ਼ ਦਾ ਸਫ਼ਰ ਤੈਅ ਕਰਕੇ ਯਿਸੂ ਮਸੀਹ ਨੂੰ ਮਿਲਣ ਆਇਆ, ਉਹਦੇ ਅੱਗੇ ਉਹਦੀ ਰਿਕੁਐਸਟ ਲੈ ਕੇ ਆਇਆ। ਤਾਂ ਕਿੰਨੀ ਵੱਡੀ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਕਿ ਚਾਹੇ ਕੋਈ ਨੌਕਰ ਆ, ਚਾਹੇ ਕੋਈ ਵੀ ਆ, ਜਿਹਨੂੰ ਸਾਡੀ ਸਹਾਇਤਾ ਦੀ ਜ਼ਰੂਰਤ ਹੈ, ਉਹਦੇ ਲਈ ਖੜੇ ਹੋ ਜਾਓ, ਉਸੇ ਸਮੇਂ ਖੜੇ ਹੋ ਜਾਓ, ਕਿਉਂਕਿ ਪਰਮੇਸ਼ਰ ਤੁਹਾਡੇ ਇਹਨਾਂ ਕੰਮਾਂ ਤੋਂ ਪ੍ਰਸੰਨ ਹੋਵੇਗਾ। ਜਦ ਤੁਸੀਂ ਕਿਸੇ ਹੋਰ ਦੀ ਸਹਾਇਤਾ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਦਿਲ ਤੋਂ ਵੇਖੇਗਾ ਔਰ ਦਿਲ ਤੋਂ ਖੁਸ਼ ਹੋਵੇਗਾ, ਕਿਉਂਕਿ ਪਰਮੇਸ਼ਰ ਕੀ ਕਹਿੰਦਾ ਕਿ ਹਰ ਇੱਕ ਦੇ ਅੰਦਰ ਮੇਰਾ ਆਤਮਾ ਵਾਸ ਕਰਦਾ, ਚਾਹੇ ਉਹ ਭਿਖਾਰੀ ਆ, ਚਾਹੇ ਉਹ ਰਾਜਾ ਆ, ਚਾਹੇ ਉਹ ਨੌਕਰ ਆ, ਚਾਹੇ ਉਹ ਮਾਲਕ ਆ, ਚਾਹੇ ਕੋਈ ਵੀ ਆ, ਹਰ ਇੱਕ ਦੇ ਅੰਦਰ ਪਰਮੇਸ਼ਰ ਦਾ ਆਤਮਾ ਵਾਸ ਕਰਦਾ। ਇਸ ਲਈ ਸਾਨੂੰ ਹਰ ਇੱਕ ਇਨਸਾਨ ਦੀ ਮਦਦ ਦੇ ਲਈ ਖੜੇ ਹੋਣਾ ਚਾਹੀਦਾ, ਚਾਹੇ ਉਹਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਹੋਵੇ ਨਾ ਹੋਵੇ। ਇੱਕ ਇਨਸਾਨੀਅਤ ਦੇ ਰਿਸ਼ਤੇ 'ਤੇ, ਮਸੀਹੀ ਰਿਸ਼ਤੇ 'ਤੇ, ਆਤਮਾ ਦੇ ਰਿਸ਼ਤੇ 'ਤੇ ਸਾਨੂੰ ਹਰ ਇੱਕ ਦੀ ਮਦਦ ਕਰਨ ਦੇ ਲਈ ਖੜੇ ਹੋਣਾ ਚਾਹੀਦਾ, ਐਫਰਟ ਕਰਨੇ ਚਾਹੀਦੇ ਆ। ਜਿੱਦਾਂ ਉਹ ਆਇਆ ਆਪਣੇ ਨੌਕਰ ਦੇ ਲਈ ਇੰਨਾ ਸਫ਼ਰ ਤੈਅ ਕਰਕੇ ਦਰਦ ਤਕਲੀਫ ਦੇ ਵਿੱਚੋਂ ਦੀ ਲੰਘ ਕੇ, ਕਿਉਂਕਿ ਉਸ ਸਮੇਂ ਦਾ ਸਫ਼ਰ ਘੋੜਿਆਂ ਦੇ ਦੁਆਰਾ, ਹਾਥੀਆਂ ਦੇ ਦੁਆਰਾ ਹੁੰਦਾ ਸੀ। ਔਰ ਉਹਨੇ ਆ ਕੇ ਯਿਸੂ ਨੂੰ ਕੀ ਕਿਹਾ ਕਿ ਉਹ ਦਰਦ ਦੇ ਮਾਰੇ ਤੜਫ ਰਿਹਾ, ਤਾਂ ਯਿਸੂ ਨੇ ਕੀ ਕਿਹਾ, ਕਹਿੰਦਾ ਮੈਂ ਆਵਾਂਗਾ, ਮੈਂ ਤੇਰੇ ਨਾਲ ਚੱਲਦਾ ਤੇ ਮੈਂ ਉਹਨੂੰ ਚੰਗਾ ਕਰ ਦਿਆਂਗਾ। ਤਾਂ ਉਹ ਸੂਬੇਦਾਰ ਨੇ ਕੀ ਕਿਹਾ, ਵਚਨ 'ਚੋਂ ਅਸੀਂ ਪੜਾਂਗੇ ਮਤੀ 8:8 ਔਰ 10 ਨੰਬਰ ਆਇਤ ਨੂੰ। ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ, ਮੈਂ ਇਸ ਯੋਗ ਨਹੀਂ ਜੋ ਤੁਸੀਂ ਮੇਰੀ ਛੱਤ ਦੇ ਹੇਠ ਆਓ, ਪਰ ਸਿਰਫ ਬਚਨ ਹੀ ਕਰ ਦਿਓ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਇਸ ਤਰ੍ਹਾਂ ਦਾ ਵਿਸ਼ਵਾਸ ਇਜ਼ਰਾਈਲ ਦੇ ਵਿੱਚ ਨਹੀਂ ਵੇਖਿਆ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ, ਉਸ ਸੂਬੇਦਾਰ ਨੂੰ ਕੀ ਸੀ, ਵਿਸ਼ਵਾਸ ਸੀ, ਇੰਨਾ ਵਿਸ਼ਵਾਸ ਕਿ ਕਹਿੰਦਾ ਮੈਂ ਸਿਰਫ ਤੁਹਾਡੇ ਸ਼ਬਦ ਸੁਣਨ ਆਇਆ, ਇੰਨੀ ਦੂਰੋਂ ਮੈਂ ਤੁਹਾਨੂੰ ਲੈਣ ਦੇ ਲਈ ਨਹੀਂ ਆਇਆ, ਮੈਂ ਸਿਰਫ ਉਹ ਸ਼ਬਦ ਸੁਣਨ ਆਇਆ ਕਿ ਉਹ ਚੰਗਾ ਹੋ ਗਿਆ ਆ, ਉਹ ਠੀਕ ਆ, ਉਹ ਚੰਗਾ ਆ, ਉਹ ਬਲੈਸ ਆ, ਤੂੰ ਘਰ ਜਾ ਕੇ ਵੇਖ, ਉਹ ਚੰਗਾ ਆ। ਕਹਿੰਦਾ ਮੈਂ ਸਿਰਫ ਤੁਹਾਡੇ ਸ਼ਬਦ ਸੁਣਨ ਆਇਆ ਔਰ ਜੋ ਤੂੰ ਬੋਲੇਗਾ ਮੈਂ ਉਸ 'ਤੇ ਵਿਸ਼ਵਾਸ ਕਰਾਂਗਾ। ਜੇ ਤੂੰ ਇੱਥੇ ਬੈਠਾ ਵੀ ਕਹਿ ਦੇਵੇਂ ਨਾ ਕਿ ਤੇਰਾ ਨੌਕਰ ਠੀਕ ਹੋ ਗਿਆ, ਤਾਂ ਮੈਨੂੰ ਵਿਸ਼ਵਾਸ ਆ ਵੀ ਉੱਥੇ ਉਹ ਠੀਕ ਹੋ ਜਾਏਗਾ, ਕਿਉਂਕਿ ਮੈਂ ਇਸ ਯੋਗ ਨਹੀਂ ਹਾਂ ਪਰਮੇਸ਼ਰ ਕਿ ਤੂੰ ਮੇਰੀ ਛੱਤ ਦੇ ਥੱਲੇ ਖੜਾ ਹੋਵੇ। ਹਾਲੇਲੂਇਆ। ਵਚਨ ਸਾਨੂੰ ਕਹਿੰਦਾ ਜਦ ਤੂੰ ਮੰਗੇ ਤਾਂ ਹਲੀਮ ਹੋ ਕੇ ਮੰਗ, ਆਕੜ ਕੇ ਨਾ ਮੰਗ, ਹੰਕਾਰ ਦੇ ਵਿੱਚ ਨਾ ਮੰਗ, ਨੀਵਾਂ ਹੋ ਕੇ ਮੰਗ। ਤਾਂ ਉਸ ਸੂਬੇਦਾਰ ਨੇ, ਬੇਸ਼ੱਕ ਉਹ ਹਾਕਮ ਸੀ, ਪਰ ਉਹਨੇ ਨੀਵਾਂ ਹੋ ਕੇ ਪ੍ਰਭੂ ਦੇ ਅੱਗੇ ਮੰਗਿਆ। ਕਹਿੰਦਾ ਪ੍ਰਭੂ ਮੈਂ ਇਸ ਯੋਗ ਨਹੀਂ ਆ ਕਿ ਤੂੰ ਮੇਰੀ ਛੱਤ ਅੱਗੇ ਖਲੋ ਸਕੇ, ਪਰ ਤੂੰ ਸਿਰਫ ਵਚਨ ਕਰ ਦੇ, ਇੱਥੇ ਬੈਠਾ ਤੂੰ ਬੋਲ ਦੇ, ਤਾਂ ਮੇਰਾ ਵਿਸ਼ਵਾਸ ਹੈ ਕਿ ਮੇਰਾ ਨੌਕਰ ਉੱਥੇ ਹੀ ਚੰਗਾ ਹੋ ਜਾਵੇਗਾ। ਤਾਂ ਅਜਿਹਾ ਵਿਸ਼ਵਾਸ ਵੇਖ ਕੇ ਯਿਸੂ ਵੀ ਹੈਰਾਨ ਹੋ ਗਏ। ਉਹ ਕਹਿੰਦੇ ਮੈਂ ਇਸ ਤੋਂ ਵੱਡਾ ਵਿਸ਼ਵਾਸ ਅੱਜ ਤੱਕ ਇਜ਼ਰਾਈਲ ਦੇ ਵਿੱਚ ਵੇਖਿਆ ਹੀ ਨਹੀਂ। ਹਾਲੇਲੂਇਆ। ਸੱਚਮੁੱਚ ਇੱਕ ਅਨੋਖਾ ਵਿਸ਼ਵਾਸ ਸੀ। ਕੋਈ ਇਨਸਾਨ ਇੰਨੀ ਦੂਰ ਦਾ ਸਫ਼ਰ ਤੈਅ ਕਰਕੇ ਆਵੇ ਔਰ ਉਹ ਕਵੇ ਕਿ ਯਿਸੂ ਮੈਨੂੰ ਸਿਰਫ ਸ਼ਬਦ ਕਰ ਦੇ, ਬਹੁਤ ਹੈਰਾਨੀ ਦੀ ਗੱਲ ਹੈ, ਕਿਉਂਕਿ ਉਸ ਸਮੇਂ ਬਹੁਤੇ ਸਨ ਜੋ ਯਿਸੂ ਨੂੰ ਆਪਣੇ ਘਰ ਵਿੱਚ ਉਤਾਰਨਾ ਚਾਹੁੰਦੇ ਸਨ, ਪਰ ਉਹਦੇ ਨਾਲ ਜਾਣ ਲਈ ਯਿਸੂ ਮੰਨ ਗਏ ਸਨ, ਪਰ ਉਹਨੇ ਜਵਾਬ ਦਿੱਤਾ ਕਿ ਮੈਂ ਇਸ ਯੋਗ ਨਹੀਂ ਹਾਂ।
उस विश्वास के द्वारा जो उन्हें किया उहदा नौकर चंगा होया और उहदा विश्वास इन्ना अनोखा सी कि उन्हें परमेश्वर के पुत्र नूं प्रसन्न किया। हालेलुया। पर प्रभु ने उस तो बाद की कहा सी, कहंदा बहुत अजिहे होणगे जिहड़े पूरब ते पश्चिम तो आउणगे अते प्रभु दे राज दे विच अब्राहम अते याकूब दे इसहाक दे सज्जे खब्बे बैठणगे, उहदे नाल राज गद्दियां ते राज करनगे। पर कहंदा जिहड़े मेरे राज दे पुत्तर आ वो अविश्वासी आ, कहंदा वो अविश्वास दे करके नरक विच सुट्टे जाणगे। हालेलुया। राज दे पुत्तर कौन आ? असी सारे ही राज दे पुत्तर आ जिहड़े वचनां नूं सुणदे आ पर विश्वास नहीं करदे, जिहड़े सुणदे आ पर अमल नहीं करदे, जिहड़े सुणदे आ अते उत्थे ही छड्ड दिंदे आ, ਜਿਹੜੇ सिर्फ सुनन वाले आ अमल नहीं करन वाले, कहंदा ਉਹ ਹੋਣਗੇ ਜਿਹੜੇ नरक च सुट्टे जाणगे। पर कहंदा होर कौमां दे लोक ਜਿਹੜੇ ਪਹਿਲਾਂ ਮੂਰਤੀਆਂ ਦੇਵਤਿਆਂ ਜਾਦੂ ਟੂਣਿਆਂ 'ਚ ਫਸੇ ਹੋਏ ਸਨ ਮੇਰਾ ਸੁਸਮਾਚਾਰ ਸੁਣਨਗੇ, ਪਛਤਾਪ ਕਰਨਗੇ, ਮੁੜਨਗੇ, ਤੌਬਾ ਕਰਨਗੇ ਅਤੇ ਉਹ ਬਚਾ ਲਏ ਜਾਣਗੇ, ਉਹ ਰਾਜ ਵਿੱਚ ਰਾਜ ਕਰਨਗੇ, ਉਹ ਵਿਰਸੇ ਦੇ ਵਿਰਾਸਤ ਦੇ ਵਿੱਚ ਵੜ ਜਾਣਗੇ। पर कहता जिहड़ा मेरे चुने हुए ने जिन्होंने मैं चुनिया, जिहड़े रोज़ मेरे वचनों नूं सुणदे आ, जिहड़े जम्मे पले ही मेरे लहू दे वसीले सी, अज तक कहता उन्होंने अजिहा विश्वास मैनूं दिखाया ही नहीं। बहुत सारे अधरंगी ने जिहड़े सालों तो बिस्तर ते पए ने, ठीक क्यों नहीं हो रहे हो? क्योंकि उन्हां दे अंदर विश्वास नहीं हैगा। ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਕੰਮ ਕਰਨ ਵਾਲੀ ਚੀਜ਼ ਵਿਸ਼ਵਾਸ ਹੀ ਹੈ। ਚਾਹੇ ਕੋਈ ਆਤਮਾ ਦੇ ਸਾਰੇ ਫਲ ਲੈ ਕੇ ਤੁਹਾਡੇ ਲਈ ਪ੍ਰੇਰ ਕਰ ਦੇਵੇ, ਜਦ ਤੱਕ ਤੁਹਾਡੇ ਮਨ ਦੇ ਅੰਦਰ ਇਸ ਚੀਜ਼ ਦਾ ਵਿਸ਼ਵਾਸ ਨਹੀਂ ਹੈ ਕਿ ਮੈਂ ਚੰਗਾ ਆ, ਯੀਸ਼ੂ ਦੇ ਲਹੂ ਦੇ ਵਸੀਲੇ ਮੈਂ ਸ਼ੁੱਧ ਆ, ਉਨੀ ਦੇਰ ਤੁਹਾਨੂੰ ਕੋਈ ਠੀਕ ਨਹੀਂ ਕਰ ਸਕਦਾ। ਚਾਹੇ ਯੀਸ਼ੂ ਤੁਹਾਡੇ ਸਾਹਮਣੇ ਆ ਜਾਵੇ, ਜੇ ਤੁਹਾਡੇ ਮਨ ਦੇ ਵਿੱਚ ਸ਼ੱਕ ਹੈ ਨਾ ਤਾਂ ਯੀਸ਼ੂ ਵੀ ਤੁਹਾਡੇ ਸਿਰ ਤੇ ਹੱਥ ਰੱਖਦੇ ਤੁਸੀਂ ਠੀਕ ਨਹੀਂ ਹੋਵੋਗੇ, ਕਿਉਂਕਿ ਅਸਰ ਤੁਹਾਡੇ ਵਿਸ਼ਵਾਸ ਨੇ ਕਰਨਾ। ਆਪਣੇ ਮਨ ਦੇ ਸ਼ੱਕ ਨੂੰ ਦੂਰ ਕਰੋ, ਆਪਣੇ ਵਿਸ਼ਵਾਸ ਵਿੱਚ ਮਜ਼ਬੂਤ ਹੋ, ਕਿਉਂਕਿ ਵਿਸ਼ਵਾਸ ਬਿਨਾ ਪ੍ਰਾਰਥਨਾ ਅਧੂਰੀ ਆ। ਹਾਲੇਲੂਇਆ। ਵਿਸ਼ਵਾਸ ਬਿਨਾ ਸ਼ਿਫਾ ਰੁਕੀ ਹੋਈ ਆ। विश्वास बिना ਤੁਹਾਡਾ छुटकारा नहीं होवेगा। जब तक तुसी विश्वास नहीं करोगे साडा बोलना व्यर्थ आ, वचन दा लिखिया जाना व्यर्थ आ। बेशक बाइबल सराहने रख के सो जाओ, ਤੁਹਾਨੂੰ बुरे सपने आउंदे आ तां आउंदे ही रहणगे, क्योंकि उस बाइबल दे विच ताकत नहीं, ताकत ਤੁਹਾਡੇ विश्वास विच आ। मन च विश्वास करो कि चाहे मैं जाके कबरां च भी सौ जावां, मेरा वाल नहीं विंगा होएगा, मैं आराम नाल सोवांगा और तंदुरुस्ती नाल उठांगा। पर जे सानू विश्वास ही नहीं है तो असीं चाहे परमेश्वर के पूजा रूम दे विच जिथे असीं प्रार्थना करते उत्थे सौ जाइए, सानू उत्थे भी डर ही लगेगा। सारी गल विश्वास दी है। यीशु मसीह ने वड्डे काम कीते, अधरंगियां नू बचाया, पर उस तो बाद जो ने दास खड़े कीते सी, दासां नू ही सेम अधिकार दिता, सेम मसा दिता। वो जानन दे लई वचन चो असीं पढ़ांगे रसूलां दी किताब उहदे 9 नंबर अध्याय दी 33 और 34 नंबर आयत नू। पतरस नू एनियास नाम दा एक मनुख मिलिया ਜਿਹੜਾ 8 ਸਾਲ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ। ਪਤਰਸ ਨੇ ਉਹਨੂੰ ਆਖਿਆ, ਐਨਿਆਸ, ਯੀਸ਼ੂ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ। ਅਤੇ ਉਹ ਉਸੇ ਵੇਲੇ ਉੱਠ ਖੜਾ ਹੋਇਆ। ਹਾਲੇਲੂਇਆ। प्रभु ने की कहा सी, कहता मैं तो जाना आ पर मैं थोड़े ते अपने आत्मा नू वहावांगा। कहता जिहड़े राहां ते मैं चलदा तुसी चलोगे, जिहड़े काम मैं कीते तुसी करोगे, बल्कि ओहदे नालों भी वड्डे वड्डे काम करोगे। हालेलुया। और सचमुच परमेश्वर दे दासां ने वो सारे काम कीते जो प्रभु ने कीते, पर ओहदे नालों भी वड्डे वड्डे काम कीते। जिद्दां प्रभु ने अधरंगियां नू ठीक कीता, ओहदे संत ओहदे चेले पतरस ने भी उदां ही कीता। अधरंगी नू कहा कि यीशु दे नाम दे विच तू चंगा आ। वो उठ्या, उन्हें खड़ा होया, उन्हें वेख्या कि मैं ठीक हाँ। जब पतरस ने बोलिया तो उन्हें विश्वास किया और वो ठीक होया। विश्वास के द्वारा होने वाला हर एक काम परमेश्वर वालों हुंदा है। हर एक काम अनहोना भी हुंदा पर वो होना हो जाता है। विश्वास के द्वारा तुसी हर अनहोने नू होना कर सकते हो। इसलिए विश्वास करो कि असी चंगे हाँ, विश्वास करो साडियां हड्डियां सुक्कियां नहीं हैं, विश्वास करो पर भरम ना करो। वचन कहता जिहड़ा विश्वास करेगा पर शक ना करेगा वो बचाया जाएगा, नाश ना होवेगा। हालेलुया। तो अज जो विश्वास करेंगे वो विश्वास के द्वारा बचाए जाएंगे, चंगे किए जाएंगे, पवित्र किए जाएंगे। अज उन्हां दियां सुक्कियां हड्डियां फिर तो जी उठणगियां। अज उन्होंने हड्डियां और जोड़ों के विच फिर एक नवा बल आएगा। अज पवित्र आत्मा की सामर्थ तुहानूं छुएगी और तुसीं पवित्र और आज़ाद किए जाओगे। हालेलुया। आओ अज इन्हां वचनां दे द्वारा परमेश्वर की हज़ूरी विच प्रार्थना करांगे।
ਹਾਲੇਲੂਇਆ 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 ਹਾਲੇਲੂਇਆ। ਤਾਰੀਫ 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 ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ ਸੈਨਾ ਦੇ ਪ੍ਰਭੂ ਯਹੋਵਾ। ਸੱਚਮੁੱਚ ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਔਰ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਪ੍ਰਭੂ ਜੀ। ਤੁਸੀਂ ਆਜ਼ਾਦ ਔਰ ਚੰਗਾ ਕਰਨ ਵਾਲੇ ਪਰਮੇਸ਼ਰ ਹੋ ਖੁਦਾਵੰਦ। ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜੋ ਕੋਈ ਮੇਰੇ ਰਾਸਤਿਆਂ 'ਤੇ ਚੱਲੇਗਾ ਔਰ ਮੇਰੇ ਰਾਜ ਭਾਗ ਦੀ ਤਲਾਸ਼ ਕਰੇਗਾ ਉਹਨੂੰ ਕਿਸੇ ਭਲੀ ਵਸਤੂ ਦੀ ਕਮੀ ਘਟੀ ਨਾ ਹੋਵੇਗੀ ਖੁਦਾਵੰਦ। ਅੱਜ ਤੋਂ ਅਸੀਂ ਸਾਰੇ ਹੀ ਤੁਹਾਡੇ ਰਾਹਾਂ 'ਤੇ ਚੱਲਣ ਵਾਲੇ ਹੋ ਜਾਈਏ, ਤੁਹਾਡੇ ਨਾਮ ਦੇ ਵਿੱਚ ਵਧੀਆ ਔਰ ਤਰੱਕੀ ਕਰੀਏ ਖੁਦਾਵੰਦ। ਤੁਹਾਡੇ ਵਚਨਾਂ ਨੂੰ ਪੜ੍ਹਨ ਸੁਣਨ ਔਰ ਅਮਲ ਕਰਨ ਵਾਲੇ ਹੋ ਜਾਈਏ ਖੁਦਾਵੰਦ। ਸੱਚਮੁੱਚ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਹਿੰਮਤ ਹੌਸਲਾ ਤੇ ਇੱਕ ਹਥਿਆਰ ਦਿੰਦੇ ਹੋ ਖੁਦਾਵੰਦ। ਇਹ ਹਥਿਆਰ ਜਦ ਇਸ ਸ਼ੈਤਾਨ ਦੇ ਖਿਲਾਫ ਇਸਤੇਮਾਲ ਕੀਤਾ ਜਾਵੇ, ਸ਼ੈਤਾਨੀ ਬੰਧਨ ਟੁੱਟ ਜਾਣ ਖੁਦਾਵੰਦ। ਸ਼ੈਤਾਨ ਦੇ ਸਾਰੇ ਸਾਏ ਇਹਨਾਂ ਘਰਾਂ ਪਰਿਵਾਰਾਂ ਨੂੰ ਛੱਡ ਕੇ ਚਲੇ ਜਾਣ। ਤੁਹਾਡੇ ਬੱਚੇ ਤੁਹਾਡੇ ਲਹੂ ਦੇ ਵਸੀਲੇ ਪਵਿੱਤਰ ਅਤੇ ਆਜ਼ਾਦ ਕੀਤੇ ਜਾਣ। ਪਵਿੱਤਰ ਆਤਮਾ ਦੀ ਸਾਮਰਥ ਇਹਨਾਂ ਘਰਾਂ ਦੇ ਉੱਤੇ ਉਤਰੇ ਔਰ ਹਰ ਇੱਕ ਬੰਧਨ ਟੁੱਟੇ, ਹਰ ਇੱਕ ਸ਼ੈਤਾਨੀ ਜੂਆ ਟੁੱਟ ਜਾਵੇ ਇਸ ਸਮੇਂ। ਔਰ ਖੁਦਾਵੰਦ ਤੁਹਾਡੇ ਸਾਮਰਥ ਦੇ ਦੁਆਰਾ ਅੱਜ ਤੁਹਾਡੇ ਇਹ ਬੱਚੇ ਫਿਰ ਤੋਂ ਨਵੇਂ ਬਲ ਔਰ ਨਵੀਂ ਤਾਕਤ ਨੂੰ ਪਾਣ ਖੁਦਾਵੰਦ। ਅਸੀਂ ਵਚਨ ਦੇ ਵਿੱਚੋਂ ਜਾਣਾ ਕਿ ਕਿਸ ਤਰ੍ਹਾਂ ਅਧਰੰਗੀਆਂ ਨੂੰ ਤੁਹਾਡੇ ਕੋਲ ਲੈ ਕੇ ਉਹਨਾਂ ਦੇ ਵਿਸ਼ਵਾਸ ਦੇ ਦੌਰਾਨ ਨੇ ਸ਼ਿਫਾ ਤੇ ਛੁਟਕਾਰੇ ਨੂੰ ਪਾਇਆ। ਤੁਸੀਂ ਕਹਿ ਕੇ ਤੇਰੇ ਪਾਪ ਮਾਫ ਹੋ ਗਏ ਹਨ ਖੁਦਾਵੰਦ। ਅੱਜ ਜਿੰਨਾ ਵੀ ਭੈਣਾਂ ਭਾਈਆਂ ਦੀ ਜ਼ਿੰਦਗੀ ਦੇ ਵਿੱਚ ਅਧਰੰਗ ਦੀ ਬਿਮਾਰੀ ਆ, ਉਹਨਾਂ ਸਾਰਿਆਂ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਣੇ ਪ੍ਰਭੂ ਜੀ। ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਪਰਮੇਸ਼ਰ ਪਿਤਾ। ਤੁਸੀਂ ਵਚਨ ਦੇ ਵਿੱਚ ਕਿਹਾ ਹੈ ਕਿ ਜਿੱਥੇ 2 ਜਾਂ 3 ਧਰਤੀ ਉੱਤੇ ਇੱਕ ਮਨ ਹੋ ਕੇ ਮੇਰੇ ਪਿਤਾ ਕੋਲੋਂ ਮੇਰੀ ਹਜ਼ੂਰੀ ਦੇ ਵਿੱਚ ਮੰਗਣਗੇ ਤਾਂ ਉਹਨਾਂ ਨੂੰ ਦਿੱਤਾ ਜਾਵੇਗਾ। ਅੱਜ ਅਸੀਂ ਸਾਰੇ ਦੇ ਸਾਰੇ ਮਿਲ ਕੇ ਖਾਸ ਤੌਰ ਤੇ ਉਹਨਾਂ ਸਾਰੇ ਅਧਰੰਗੀਆਂ ਦੇ ਲਈ ਤੁਹਾਡੀ ਹਜ਼ੂਰੀ ਦੇ ਵਿੱਚ ਦੁਆ ਕਰਦੇ ਹਾਂ। ਉਹਨਾਂ ਦੇ ਪਾਪਾਂ ਅਪਰਾਧਾਂ ਦੇ ਲਈ क्षमा ਮੰਗਦੇ ਹਾਂ ਪ੍ਰਭੂ ਜੀ। ਬਖਸ਼ ਲਓ ਮੇਰੇ ਪਰਮੇਸ਼ਰ ਪਿਤਾ। ਤੌਬਾ ਕਰਦੇ ਪਿਤਾ ਪਰਮੇਸ਼ਰ, ਉਹਨਾਂ ਦੇ ਸਾਰੇ ਗਲਤੀਆਂ ਗੁਨਾਹ ਮਾਫ ਕਰੋ ਪ੍ਰਭੂ ਜੀ। ਉਹਨਾਂ ਦੇ ਪਾਪਾਂ ਅਪਰਾਧਾਂ ਤੋਂ ਉਹਨਾਂ ਨੂੰ क्षमा ਕਰੋ ਪਿਤਾ। ਔਰ ਉਸ ਪਾਪ ਦੇ ਕਰਕੇ ਇਹਨਾਂ ਦਾ ਸਰੀਰ ਇਹ ਜੋ ਬਿਮਾਰੀ ਦੀ ਗੁਲਾਮੀ ਨੂੰ ਝੱਲ ਰਿਹਾ ਪਿਤਾ ਪਰਮੇਸ਼ਰ, ਇਸ ਬਿਮਾਰੀ ਤੋਂ ਇਹਨਾਂ ਨੂੰ ਆਜ਼ਾਦ ਕਰੋ ਖੁਦਾਵੰਦ। ਤੁਸੀਂ ਰੋਗੀਆਂ ਨੂੰ ਛੂਹਿਆ ਤੇ ਰੋਗੀ ਚੰਗੇ ਹੋ ਗਏ ਪ੍ਰਭੂ ਜੀ। ਤੁਸੀਂ ਬਿਮਾਰਾਂ ਤੇ ਹੱਥ ਰੱਖਿਆ ਤੇ ਬਿਮਾਰ ਉੱਠ ਖੜੇ ਹੋਏ ਉਸੇ ਹੀ ਸੱਜੇ ਤੇ ਫਤਿਹਮੰਦ ਹੱਥ ਦੇ ਨਾਲ ਪਰਮੇਸ਼ਰ ਪਿਤਾ। ਅੱਜ ਇਹਨਾਂ ਬੱਚਿਆਂ ਨੂੰ ਛੂਹੋ ਮੇਰੇ ਪ੍ਰਭੂ ਜੀ। ਅੱਜ ਇਹਨਾਂ ਦੇ ਹੱਡੀਆਂ ਤੇ ਜੋੜਾਂ ਦੇ ਵਿੱਚ ਇੱਕ ਨਵੀਂ ਜਾਨ, ਇੱਕ ਤਾਕਤ, ਇੱਕ ਬਲ ਆਵੇ ਪਿਤਾ। ਤੁਹਾਡੀ ਸਾਮਰਥ ਦੇ ਨਾਲ ਅੱਜ ਇਹ ਬਲੈਸ ਹੋ ਜਾਣ। ਸਾਰਾ ਅਧਰੰਗ ਯਿਸੂ ਦੇ ਨਾਮ ਦੇ ਵਿੱਚ ਕੈਂਸਲ ਆਊਟ ਅਤੇ ਦਫਾ ਦੂਰ ਹੋ ਜਾਵੇ। ਅੱਜ ਹੀ ਇਹਨਾਂ ਸੁੱਕੀਆਂ ਹੱਡੀਆਂ ਔਰ ਬੇਜਾਨ ਲੱਤਾਂ ਬਾਹਾਂ ਦੇ ਵਿੱਚ ਜਾਨ ਆਵੇ ਖੁਦਾਵੰਦ। ਅਸੀਂ ਜਾਣਦੇ ਕਿ ਯਹੋਵਾ ਸ਼ਕਤੀਹੀਨਾਂ ਦੀ ਸ਼ਕਤੀ ਅਤੇ ਨਿਰਬਲਾਂ ਦਾ ਬਲ ਆ। ਤੁਹਾਡੀ ਸਾਮਰਥ ਦੇ ਦੁਆਰਾ ਅੱਜ ਇਹ ਫਿਰ ਤੋਂ ਇੱਕ ਨਵਾਂ ਬਲ ਪਾਉਣ, ਇੱਕ ਤਾਕਤ ਪਾਉਣ, ਇੱਕ ਸ਼ਕਤੀ ਪਾਉਣ ਪ੍ਰਭੂ ਜੀ। ਸਾਰੇ ਦੁੱਖ ਰੋਗ ਬਿਮਾਰੀਆਂ ਨਾਸ਼ ਭਸਮ ਖਤਮ ਹੋ ਜਾਣ ਖੁਦਾਵੰਦ। ਇਹਨਾਂ ਸਾਰੇ ਬੱਚਿਆਂ ਦਾ ਤੁਹਾਡੇ ਲਹੂ ਦੇ ਨਾਲ ਅਭਿਸ਼ੇਕ ਕਰਦੇ ਪਿਤਾ ਪਰਮੇਸ਼ਰ। ਸਾਰੇ ਦੁੱਖ ਰੋਗ ਬਿਮਾਰੀਆਂ ਤੋਂ ਇਹਨਾਂ ਨੂੰ ਧੋ ਕੇ ਸ਼ੁੱਧ ਕਰਦੇ ਪ੍ਰਭੂ ਜੀ। ਇਸੇ ਸਮੇਂ ਤੁਹਾਡੇ ਨਾਮ ਦੇ ਵਿੱਚ ਖੜੇ ਹੋ ਜਾਣ ਖੁਦਾਵੰਦ। ਇਹਨਾਂ ਦੇ ਪੈਰ ਸੱਚਮੁੱਚ ਅੱਜ ਜ਼ਮੀਨ ਤੇ ਲੱਗਣ ਔਰ ਇਹਨਾਂ ਦੇ ਹੱਥਾਂ ਦੇ ਵਿੱਚ ਜਾਨ ਆਵੇ। ਪੂਰੀ ਹੱਥ ਬਾਂਹ ਤੁਹਾਡੇ ਨਾਮ ਦੇ ਵਿੱਚ ਕੰਮ ਕਰੇ ਪ੍ਰਭੂ ਜੀ। ਤੁਹਾਡੇ ਲਹੂ ਦੀਆਂ ਵਾੜਾਂ ਇਹਨਾਂ ਘਰਾਂ ਪਰਿਵਾਰਾਂ ਦੇ 4 ਚੁਫੇਰੇ ਲਗਾਉਂਦੇ ਪਰਮੇਸ਼ਰ ਪਿਤਾ। ਔਰ ਸੱਚਮੁੱਚ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਉਹਨਾਂ ਸਾਰੇ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੀ ਪ੍ਰੇਅਰ ਰਿਕੁਐਸਟ ਤੁਹਾਡੀ ਹਜ਼ੂਰੀ 'ਚ ਲਿਖਵਾਈ ਹੈ ਖੁਦਾਵੰਦ। ਮਹਾਨ ਪਿਤਾ ਪਰਮੇਸ਼ਰ, ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਹਾਂ ਤੁਹਾਡੇ ਬੇਟੇ ਕਰਮਜੀਤ ਸਿੰਘ ਨੂੰ, ਅਕਵਿੰਦਰ ਕੌਰ, ਨੀਲਮ ਕੌਰ, ਰਾਣੀ ਔਰ ਮਹਿੰਦਰ ਪਾਲ ਨੂੰ ਖੁਦਾਵੰਦ, ਔਰ ਜਗਰਾਜ ਸਿੰਘ ਨੂੰ ਖੁਦਾਵੰਦ। ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਉੱਤੇ ਤੁਹਾਡੇ ਲਹੂ ਦੀਆਂ ਵਾੜਾਂ ਮੰਗਦੇ ਪਿਤਾ। ਪਵਿੱਤਰ ਲਹੂ ਦੇ ਨਾਲ ਇਹਨਾਂ ਦਾ ਅਭਿਸ਼ੇਕ ਕਰਦੇ ਪ੍ਰਭੂ ਜੀ। ਅੱਜ ਹੀ ਇਹਨਾਂ ਦੇ ਹੱਡੀਆਂ ਤੇ ਜੋੜਾਂ ਦੇ ਵਿੱਚ ਆਪਣੇ ਲਹੂ ਨੂੰ ਵਹਾ ਦਿਓ ਮੇਰੇ ਪਿਤਾ। ਤੁਹਾਡੀ ਜ਼ਿੰਦਗੀ ਲੌਟ ਆਵੇ ਸੱਚਮੁੱਚ। ਇਹਨਾਂ ਮੁਰਦਾਪਨ ਜ਼ਿੰਦਗੀਆਂ ਦੇ ਵਿੱਚ ਫਿਰ ਤੋਂ ਨਵੇਂ ਸਾਹ ਫੂਕੇ ਜਾਣ ਪ੍ਰਭੂ ਜੀ। ਅੱਜ ਤੋਂ ਹੀ ਤੁਹਾਡੇ ਬੱਚੇ ਉੱਠਣ ਖੜੇ ਹੋਣ, ਸਹੀ ਤਰੀਕੇ ਨਾਲ ਬੋਲਣ ਅਤੇ ਕੰਮ ਕਾਰ ਕਰਨ ਪਿਤਾ। ਪੂਰੇ ਸਰੀਰ ਦੇ ਉੱਤੇ ਤੁਹਾਡੀ ਸਾਮਰਥ ਨੂੰ ਮੰਗਦੇ ਹਾਂ। ਅੱਜ ਇਹਨਾਂ ਦੇ ਸਰੀਰ ਦੇ ਅੰਗਾਂ ਨੂੰ ਹੁਕਮ ਦਿੰਦੇ ਹਾਂ ਪ੍ਰਭੂ ਜੀ। ਸਾਰੇ ਅੰਗ ਉਸੇ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਪਰਮੇਸ਼ਰ ਜੀ ਨੇ ਇਹਨਾਂ ਅੰਗਾਂ ਨੂੰ ਬਣਾਇਆ। ਹਰ ਬਿਮਾਰੀ ਦੀ ਗੁਲਾਮੀ ਤੋਂ ਅੱਜ ਇਹ ਫ੍ਰੀ ਅਤੇ ਆਜ਼ਾਦ ਕੀਤੇ ਜਾਣ। ਸਾਰੇ ਬੰਧਨ ਟੁੱਟਣ ਔਰ ਤੁਹਾਡੇ ਬੱਚੇ ਅੱਜ ਹੀ ਪਵਿੱਤਰ ਅਤੇ ਸ਼ੁੱਧ ਕੀਤੇ ਜਾਣ ਖੁਦਾਵੰਦ। ਸਾਰੀ ਬਿਮਾਰੀ ਨਾਸ਼ ਭਸਮ ਖਤਮ ਔਰ ਸ਼ਰਮਿੰਦਾ ਦਫਾ ਦੂਰ ਹੋ ਜਾਵੇ ਪਿਤਾ। ਤੁਹਾਡੀ ਚੰਗਿਆਈ, ਤੁਹਾਡੀ ਸ਼ਿਫਾ, ਤੁਹਾਡੇ ਛੁਟਕਾਰੇ ਨੂੰ ਇਹਨਾਂ ਦੇ ਉੱਤੇ ਰਿਲੀਜ਼ ਕਰਦੇ ਹਾਂ। ਪਵਿੱਤਰ ਲਹੂ ਇਹਨਾਂ ਦੇ ਹੱਡੀਆਂ ਤੇ ਜੋੜਾਂ ਦੇ ਉੱਤੇ ਝੱਸਦੇ ਹਾਂ ਪ੍ਰਭੂ ਜੀ। ਇਹਨਾਂ ਨੂੰ ਮਸਾ ਕਰਦੇ ਹਾਂ ਪਿਤਾ ਪਰਮੇਸ਼ਰ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਧੰਨਵਾਦ। ਹਾਲੇਲੂਇਆ। ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ। ਪਵਿੱਤਰ ਆਤਮਾ ਜੀ ਉਤਰ ਆਓ, ਪਵਿੱਤਰ ਆਤਮਾ ਜੀ ਉਤਰ ਆਓ। ਇਹਨਾਂ ਦਾ ਅਭਿਸ਼ੇਕ ਕਰੋ, ਦਇਆ ਕਰੋ, ਪਵਿੱਤਰ ਕਰੋ, ਚੰਗਿਆ ਕਰੋ ਮਹਾਨ ਪਰਮੇਸ਼ਰ। ਤੁਹਾਡੀ ਚੰਗਿਆਈ, ਸ਼ਿਫਾ, ਛੁਟਕਾਰੇ ਨੂੰ ਅੱਜ ਇਹਨਾਂ ਸਾਰੇ ਘਰਾਂ ਪਰਿਵਾਰਾਂ ਦੇ ਉੱਤੇ ਮੰਗਦੇ ਹੋਏ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿੰਕੀ ਸਿਸਟਰ ਔਰ ਉਹਨਾਂ ਦੇ ਹਸਬੈਂਡ ਗੁਰਪ੍ਰੀਤ ਸਿੰਘ ਦੇ ਲਈ ਕਾਫੀ ਦਿਨ ਤੋਂ ਅਸੀਂ ਆਫਰਿੰਗ ਇਕੱਠੀ ਕਰ ਰਹੇ ਸੀ
ਔਰ ਉਸ ਆਫਰਿੰਗ ਨੂੰ ਲੈ ਕੇ ਹੀ ਸਿਸਟਰ ਨੇ ਆਪਣੇ ਹਸਬੈਂਡ ਦੇ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਅੱਜ ਡਾਕਟਰ ਨੂੰ ਦਿਖਾਈ ਗਈ। ਔਰ ਡਾਕਟਰ ਦੇ ਦੁਆਰਾ ਦੱਸਿਆ ਗਿਆ ਕਿ ਉਹਨਾਂ ਦੇ ਫੇਫੜਿਆਂ ਦੇ ਉੱਤੇ ਬਹੁਤ ਜ਼ਿਆਦਾ ਜ਼ਖਮ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੂੰ 12 ਸਾਲ ਤੋਂ ਅਸਥਮਾ ਸੀ, ਉਹਦੇ ਕਰਕੇ ਬਲਗਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਔਰ ਫੇਫੜੇ ਬੁਰੇ ਤਰੀਕੇ ਦੇ ਨਾਲ ਇਨਫੈਕਟਡ ਹੋ ਗਏ ਨੇ। ਉਸ ਇਨਫੈਕਸ਼ਨ ਔਰ ਬਲਗਮ ਨੂੰ ਠੀਕ ਕਰਨ ਦੇ ਲਈ 7 ਦਿਨ ਤੱਕ ਲਗਾਤਾਰ ਉਹਨਾਂ ਦੇ ਇੰਜੈਕਸ਼ਨ ਲੱਗੇਗਾ, ਜਿਹਦੀ ਕੀਮਤ 850 ਰੁਪਏ ਹੈ। ਔਰ ਉਸ ਤੋਂ ਬਾਅਦ ਉਹਨਾਂ ਦੇ ਫਿਰ ਤੋਂ ਟੈਸਟ ਹੋਣਗੇ ਜੋ ਚੰਡੀਗੜ੍ਹ ਤੋਂ ਹੋਣਗੇ, ਔਰ 3 ਮਹੀਨੇ ਤੱਕ ਲਗਾਤਾਰ ਉਹਨਾਂ ਦਾ ਟ੍ਰੀਟਮੈਂਟ ਚੱਲੇਗਾ, ਜਿਨ੍ਹਾਂ ਦੇ ਵਿੱਚ ਡਾਕਟਰ ਨੇ ਬੋਲਿਆ ਕਿ ਇੱਕ ਡੇ ਵੀ ਸਕਿਪ ਨਹੀਂ ਕਰ ਸਕਦੇ। ਅਗਰ ਤੁਸੀਂ ਸਕਿਪ ਕਰੋਗੇ ਸਾਰਾ ਕੋਰਸ ਫਿਰ ਤੋਂ ਸ਼ੁਰੂ ਕਰਨਾ ਪਵੇਗਾ, ਔਰ ਅਗਰ ਛੱਡੋਗੇ ਤਾਂ ਇਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਆ। ਤਾਂ 3 ਮਹੀਨੇ ਤੱਕ ਲਗਾਤਾਰ ਉਹਨਾਂ ਨੂੰ ਮੈਡੀਸਨ ਲੈਣੀ ਪਵੇਗੀ। 3 ਮਹੀਨੇ ਤੱਕ ਉਹ ਬੈੱਡ 'ਤੇ ਹੀ ਨੇ, 3 ਮਹੀਨੇ ਤੱਕ ਉਹ ਕੋਈ ਕੰਮ ਨਹੀਂ ਕਰ ਸਕਦੇ। ਵੈਸੇ ਤਾਂ ਮੈਂ ਇਹ ਸੋਚਿਆ ਸੀ ਕਿ ਹੁਣ QR ਕੋਡ ਨਾ ਲਗਾਵਾਂਗੇ, ਪਰ ਫਿਰ ਵੀ ਥੋੜ੍ਹੇ ਦਿਨ ਤੱਕ ਮੈਂ ਲਗਾਵਾਂਗੀ, ਕਿਉਂਕਿ ਉਹਨਾਂ ਨੂੰ ਸੱਚੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਦੀ। ਔਰ ਫੋਰਸ ਨਹੀਂ ਹੈ ਇਸ ਵਾਰ ਕੋਈ, ਅਗਰ ਤੁਸੀਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਅਗਰ ਤੁਸੀਂ ਕਰ ਚੁੱਕੇ ਹੋ ਤਾਂ ਬਹੁਤ ਜ਼ਿਆਦਾ ਸ਼ੁਕਰੀਆ, ਪਰਮੇਸ਼ਰ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ਿਤ ਕਰਨ। ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਹੋਰ ਵੀ ਕਰ ਸਕਦੇ ਹੋ, ਅਗਰ ਨਹੀਂ ਵੀ ਕਰਨਾ ਚਾਹੁੰਦੇ ਤਾਂ ਪਰਮੇਸ਼ਰ ਤੁਹਾਨੂੰ ਫਿਰ ਵੀ ਬਹੁਤ ਜ਼ਿਆਦਾ ਆਸ਼ੀਸ਼ਿਤ ਕਰਨ। ਕੱਲ੍ਹ ਸਵੇਰ ਦੇ ਸਮੇਂ ਦੇ ਵਿੱਚ ਉਹਨਾਂ ਭੈਣਾਂ ਭਾਈਆਂ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ, ਜਾਂ ਫਿਰ ਜਿਨ੍ਹਾਂ ਨੂੰ ਪਾਗਲਪਨ ਦੇ ਦੌਰੇ ਪੈਂਦੇ ਨੇ। ਤਾਂ ਤੁਸੀਂ ਆਪਣੀ ਪ੍ਰੇਅਰ ਰਿਕੁਐਸਟ YouTube ਕਮੈਂਟ ਦੇ ਦੁਆਰਾ ਜਾਂ ਫਿਰ ਫੋਨ ਕਾਲ ਦੇ ਦੁਆਰਾ ਲਿਖਵਾ ਸਕਦੇ ਹੋ। ਨੇਮ ਸਿਰਫ ਉਹਨਾਂ ਦੇ ਲਿਖੇ ਜਾਣਗੇ ਜਿਨ੍ਹਾਂ ਨੂੰ ਡਿਪਰੈਸ਼ਨ ਆ, ਔਰ ਜਿਨ੍ਹਾਂ ਦੀ ਕੋਈ ਹੋਰ ਪ੍ਰੇਅਰ ਰਿਕੁਐਸਟ ਆ ਉਹ ਸਿੱਧਾ ਫੋਨ ਕਰਕੇ ਪ੍ਰੇਅਰ ਕਰਵਾ ਸਕਦੇ ਹੋ। ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੈ।